ਹਸਬੈਂਡ ਨੇ ਲਿਆ ਸੀ ਰਿਕਸ਼ਾ ਕਿਉਂਕਿ ਇਹ ਹੈਂਡੀਕੈਪ ਲਈ ਬਣਿਆ ਸੀਗਾ, ਪਰ ਉਹਨਾਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਦੇ ਕਰਕੇ ਉਹਨਾਂ ਕੋਲ ਨਹੀਂ ਚੱਲਦਾ, ਪਲਟ ਜਾਂਦਾ ਆ। ਮੁਸ਼ਕਿਲਾਂ ਹੁੰਦੀਆਂ ਆ ਕਾਫੀ, ਤਾਂ ਸਵਾਰੀ ਵਗੈਰਾ ਨਹੀਂ ਮਿਲਦੀ ਆ, ਕਈ ਜਗ੍ਹਾ ਤੋਂ ਦਾ ਸਟੈਂਡ ਬਣੇ ਹੋਏ ਆ, ਸਵਾਰੀ ਨਹੀਂ ਮਿਲਦੀ ਆ, ਤੇ ਪਰ ਮੈਨੂੰ ਜਿੰਨਾ ਵੀ ਮਿਲਦਾ ਮੈਂ ਉਹਦੇ ਵਿੱਚ ਖੁਸ਼ ਹਾਂ। ਕਈ ਤਾਂ ਮੈਨੂੰ ਸਵਾਰੀ ਆਪ ਦੇ ਦਿੰਦੇ ਆ, ਪਰ ਕਈ ਹੈਗੇ ਆ ਕਰਨ ਵਾਲੇ ਵਿੱਚ ਕਿ ਸਵਾਰੀ ਕਿਉਂ ਚੱਕੀ ਆ, ਸਵਾਰੀ ਸਟੈਂਡ ਤੋਂ ਨਹੀਂ ਚੱਕਣੀ, ਇੱਥੇ ਤੱਕ ਨਹੀਂ ਚੱਕਣੀ, ਇਹ ਤਾਂ ਕਹਿੰਦੇ ਆ ਕਈ, ਪਰ ਕਈ ਬਹੁਤ ਚੰਗੇ ਆ। ਦੋਸਤੋ ਮੈਂ ਹਾਂ ਜਸਪ੍ਰੀਤ ਕੌਰ ਸੇਂਟ ਸੋਲਜਰ ਟਾਈਮਸ ਤੋਂ ਤੇ ਅੱਜ ਅਸੀਂ ਆਏ ਹਾਂ ਖੁਸਰੋਪੁਰ ਜਲੰਧਰ ਕੈਂਟ ਦੀ ਰਹਿਣ ਵਾਲੀ ਕਿਰਨ ਨੂੰ ਮਿਲਣ। ਔਰ ਕਿਰਨ ਨੂੰ ਮਿਲਣ ਦਾ ਮਕਸਦ ਇਹ ਹੈ ਕਿ ਉਹ ਜਲੰਧਰ ਦੀ ਪਹਿਲੀ ਈ ਰਿਕਸ਼ਾ ਫੀਮੇਲ ਡਰਾਈਵਰ ਹਨ। ਔਰ ਮੇਰੀ ਮੁਲਾਕਾਤ ਵੀ ਉਹਨਾਂ ਦੇ ਨਾਲ ਬੜੀ ਹੈਰਾਨੀ ਵਾਲੀ ਸੀ, ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਨੂੰ ਦੇਖਿਆ, ਮੇਰੇ ਕੋਲ ਦੀ ਨਿਕਲ ਕੇ ਗਏ, ਤਾਂ ਮੈਂ ਬੜੀ ਹੈਰਾਨ ਹੋਈ ਸੀ ਕਿ ਇਹ ਲੜਕੀ ਹੈ ਜਾਂ ਲੜਕਾ। ਮੈਂ ਮਤਲਬ 2 ਮਿੰਟ ਸੋਚਣ ਦੇ ਲਈ ਮਜਬੂਰ ਹੋ ਗਈ ਸੀ ਕਿ ਇਹ ਲੜਕੀ ਹੈ ਨਾ ਜੋ ਈ ਰਿਕਸ਼ਾ ਚਲਾ ਰਹੀ ਹੈ, ਕਿਉਂਕਿ ਅੱਜ ਤੱਕ ਕਿਸੇ ਕੁੜੀ ਨੂੰ ਮੈਂ ਈ ਰਿਕਸ਼ਾ ਜਾਂ ਆਟੋ ਰਿਕਸ਼ਾ ਚਲਾਉਂਦੇ ਹੋਏ ਨਹੀਂ ਦੇਖਿਆ ਸੀ। ਔਰ ਉਸ ਤੋਂ ਬਾਅਦ ਮੈਂ ਕਾਫੀ ਉਹਨਾਂ ਨੂੰ ਲੱਭਿਆ, ਪਰ ਮੁਲਾਕਾਤ ਨਹੀਂ ਹੋਈ, ਕਿਉਂਕਿ ਹਰ ਰੋਜ਼ ਜਦੋਂ ਮੈਂ ਸਵੇਰੇ ਜੌਬ ਤੇ ਜਾਣ ਲਈ ਨਿਕਲਦੀ ਸੀ ਤਾਂ ਮੈਨੂੰ ਉਮੀਦ ਹੁੰਦੀ ਸੀ ਕਿ ਅੱਜ ਤੇ ਕਿਰਨ ਮੈਨੂੰ ਮਿਲੇਗੀ, ਪਰ ਨਹੀਂ ਮਿਲੀ। ਪਰ ਹਾਰ ਕੇ ਇੱਕ ਦਿਨ ਸ਼ਾਮ ਨੂੰ ਮੇਰੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਔਰ ਉਹਨਾਂ ਨੂੰ ਮੈਂ ਰਸਤੇ ਦੇ ਵਿੱਚ ਆਵਾਜ਼ਾਂ ਮਾਰੀਆਂ ਔਰ ਉਤਰ ਕੇ ਮੇਰੇ ਕੋਲ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਮ ਤੁਸੀਂ ਈ ਰਿਕਸ਼ਾ ਚਲਾਉਂਦੇ ਹੋ, ਮੈਂ ਕਾਫੀ ਦਿਨਾਂ ਤੋਂ ਤੁਹਾਨੂੰ ਲੱਭ ਰਹੀ ਸੀ। ਔਰ ਉਹਨਾਂ ਨੇ ਕਿਹਾ ਹਾਂਜੀ, ਔਰ ਉਹਨਾਂ ਦੀਆਂ ਬੇਟੀਆਂ ਵੀ ਉਹਨਾਂ ਦੇ ਨਾਲ ਸਨ। ਔਰ ਮੈਨੂੰ ਬਹੁਤ ਖੁਸ਼ੀ ਹੋਈ, ਬਹੁਤ ਮਾਣ ਮਹਿਸੂਸ ਹੋਇਆ ਕਿ ਬੀਇੰਗ ਅ ਫੀਮੇਲ ਉਹ ਕੰਮ ਕਰ ਰਹੇ ਨੇ ਜੋ ਬਾਕੀ ਔਰਤਾਂ ਨਹੀਂ ਕਰਦੀਆਂ, ਕਿਉਂਕਿ ਮੋਸਟਲੀ ਔਰਤਾਂ ਨੂੰ, ਕੁੜੀਆਂ ਨੂੰ ਸਟੀਰੀਓਟਾਈਪ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਘਰ ਦਾ ਕੰਮ ਕਰਨਾ ਹੈ ਜਾਂ ਬਿਊਟੀਸ਼ੀਅਨ ਦਾ ਕੰਮ ਕਰਨਾ ਹੈ ਜਾਂ ਫਿਰ ਕਹਿ ਲਓ ਕਿ ਸਿਲਾਈ ਕਢਾਈ ਦਾ ਕੰਮ ਹੋ ਗਿਆ, ਇਸ ਤੋਂ ਇਲਾਵਾ ਉਹਨਾਂ ਤੋਂ ਕੋਈ ਹੋਰ ਉਮੀਦ ਨਹੀਂ ਰੱਖੀ ਜਾਂਦੀ। ਪਰ ਕਿਰਨ ਨੇ ਉਹ ਕਰਕੇ ਦਿਖਾਇਆ ਜਿਸ ਦੀ ਸ਼ਾਇਦ ਹੋਰ ਕਿਸੇ ਨੂੰ ਵੀ ਉਮੀਦ ਨਹੀਂ ਸੀ। ਸੋ ਆਓ ਕਰਦੇ ਹਾਂ ਕਿਰਨ ਦੇ ਨਾਲ ਮੁਲਾਕਾਤ ਤੇ ਪੁੱਛਦੇ ਹਾਂ ਕਿ ਉਹਨਾਂ ਨੂੰ ਇਸ ਈ ਰਿਕਸ਼ਾ ਡਰਾਈਵਿੰਗ ਦੀ ਟ੍ਰੇਨਿੰਗ ਜਿਹੜੀ ਉਹ ਕਿੱਥੋਂ ਮਿਲੀ ਤੇ ਉਹਨਾਂ ਨੇ ਕਿਸ ਤਰ੍ਹਾਂ ਇਹ ਕੰਮ ਜਿਹੜਾ ਸ਼ੁਰੂ ਕੀਤਾ। ਆਓ ਕਰੀਏ ਗੱਲਬਾਤ। ਹੈਲੋ ਕਿਰਨ। ਹੈਲੋ ਮੈਮ। ਪਹਿਲਾਂ ਤੇ ਮੈਂ ਦੱਸ ਦਵਾਂ ਕਿ ਮੈਨੂੰ ਇਹਨਾਂ ਦਾ ਨਾਮ ਇਸ ਕਰਕੇ ਪਤਾ ਹੈ, ਆਲਰੇਡੀ ਦੱਸ ਚੁੱਕੀ ਹਾਂ ਕਿ ਮੈਂ ਇਹਨਾਂ ਨੂੰ ਬੜੀ ਮੁਸ਼ਕਿਲ ਦੇ ਨਾਲ ਲੱਭਿਆ ਹੈ, ਕਿਉਂਕਿ ਹਮੇਸ਼ਾ ਮੈਨੂੰ ਸੜਕ ਤੇ ਜਾਂਦੇ ਆਉਂਦੇ ਹੀ ਨਜ਼ਰ ਆਏ ਨੇ। ਔਰ ਨਜ਼ਰ ਵੀ ਕਹਿ ਲਓ ਇੱਕ ਵਾਰੀ ਆਏ ਸੀ, ਉਸ ਤੋਂ ਬਾਅਦ ਤੇ ਮੈਨੂੰ ਲੱਭਣਾ ਹੀ ਪਿਆ ਸੀ, ਹੈ ਨਾ ਕਿਰਨ? ਹਾਂਜੀ ਬਿਲਕੁਲ ਮੈਮ। ਔਰ ਕਿਰਨ ਮੈਨੂੰ ਇਹ ਦੱਸੋ ਕਿ ਤੁਹਾਨੂੰ ਈ ਰਿਕਸ਼ਾ ਡਰਾਈਵਰ ਜਿਹੜਾ ਆ ਬਣ ਕੇ ਕਿਹੋ ਜਿਹਾ ਮਹਿਸੂਸ ਹੁੰਦਾ? ਮੈਨੂੰ ਬਹੁਤ ਵਧੀਆ ਲੱਗਦਾ ਮੈਮ। ਮੈਂ ਆਪਣੀ ਮਿਹਨਤ ਦੇ ਪੈਸੇ ਨਾਲ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਪਾਲਦੀ ਪਈ ਹਾਂ ਤੇ ਮੈਨੂੰ ਇਸ 'ਚ ਬਹੁਤ ਖੁਸ਼ੀ ਆ ਤੇ ਮੈਂ ਬਹੁਤ ਹਿੰਮਤ ਵਾਲੀ ਆ, ਮੈਂ ਕਰ ਸਕਦੀ ਆ। ਮੈਂ ਸੋਚਿਆ ਸੀਗਾ ਕਿ ਮੈਂ ਕਰ ਸਕਦੀ ਆ, ਕਿਉਂਕਿ ਹਸਬੈਂਡ ਮੇਰੇ ਪੈਰਾਲਾਈਜ਼ ਹੋਏ ਸੀਗੇ 2014 'ਚ, ਮੇਰੀ ਬੇਟੀ ਵੀ ਪੈਰਾਲਾਈਜ਼ ਹੋ ਗਈ ਸੀਗੀ, 3 ਬੇਟੀਆਂ ਸੀ, ਕਾਫੀ ਮੁਸੀਬਤਾਂ ਆਈਆਂ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਤੇ ਮੇਰੇ ਹਸਬੈਂਡ ਨੇ ਲਿਆ ਸੀ ਰਿਕਸ਼ਾ ਕਿਉਂਕਿ ਇਹ ਹੈਂਡੀਕੈਪ ਲਈ ਬਣਿਆ ਸੀਗਾ, ਪਰ ਉਹਨਾਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਦੇ ਕਰਕੇ ਉਹਨਾਂ ਕੋਲ ਨਹੀਂ ਚੱਲਦਾ, ਪਲਟ ਜਾਂਦਾ ਆ ਜਾਂ ਕੁਝ ਵੀ ਹੋ ਜਾਂਦਾ ਮੰਨ ਲਓ, ਜਾਂ ਖਰਾਬ ਹੋ ਜਾਂਦਾ, ਫਿਰ ਮੈਨੂੰ ਆਉਣਾ ਪੈਂਦਾ ਸੀਗਾ ਲੈਣ ਵਾਸਤੇ। ਤੇ ਮੈਂ ਸੋਚਿਆ ਕਿਉਂ ਨਾ ਮੈਂ ਹੀ ਇਹ ਕੰਮ ਕਰਕੇ ਲੋਕਾਂ ਦੇ ਘਰਾਂ ਭਾਂਡੇ ਮਾਂਜਣ ਨਾਲੋਂ ਚੰਗਾ ਹੈ ਕਿ ਮੈਂ ਇਹੀ ਕੰਮ ਕਰਕੇ ਆਪਣੇ ਬੱਚਿਆਂ ਨੂੰ ਕਿਉਂ ਨਾ ਰੋਜੀ ਰੋਟੀ ਕਮਾ ਕੇ ਖਵਾਵਾਂ। ਬਿਲਕੁਲ। ਔਰ ਮੈਨੂੰ ਬਹੁਤ ਵਧੀਆ ਲੱਗਦਾ ਆ ਇਹ ਕੰਮ ਕਰਕੇ। ਮੁਸ਼ਕਿਲਾਂ ਹੁੰਦੀਆਂ ਆ ਕਾਫੀ, ਤਾਂ ਸਵਾਰੀ ਵਗੈਰਾ ਨਹੀਂ ਮਿਲਦੀ ਆ, ਕਈ ਜਗ੍ਹਾ ਤੋਂ ਦਾ ਸਟੈਂਡ ਬਣੇ ਹੋਏ ਆ, ਸਵਾਰੀ ਨਹੀਂ ਮਿਲਦੀ ਆ, ਤੇ ਪਰ ਮੈਨੂੰ ਜਿੰਨਾ ਵੀ ਮਿਲਦਾ ਮੈਂ ਉਹਦੇ ਵਿੱਚ ਖੁਸ਼ ਹਾਂ। ਤੇ ਮੈਨੂੰ ਬੜੀ ਖੁਸ਼ੀ ਹੋਵੇਗੀ ਜੇ ਮੈਨੂੰ ਨਾ ਰੋਕਿਆ ਜਾਵੇ, ਮੈਨੂੰ ਕੰਮ ਕਰਕੇ ਆਪਣੇ ਬੱਚੇ ਪਾਲਣ ਦਿੱਤੇ ਜਾਣ, ਬਸ ਇੰਨੀ ਕੀ ਮੇਰੀ ਰਿਕੁਐਸਟ ਆ। ਠੀਕ ਹੈ। ਹਾਂਜੀ। ਸੋ ਕਿਰਨ ਨੇ ਦੱਸਿਆ ਕਿ ਈ ਰਿਕਸ਼ਾ ਡਰਾਈਵਿੰਗ ਕਰਦੇ ਜ਼ਰੂਰ ਨੇ, ਪਰ ਉਹਨਾਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਔਰ ਇਹ ਮੁਸ਼ਕਿਲਾਂ ਦਾ ਸਾਹਮਣਾ ਤੁਸੀਂ ਕਿਸ ਤਰ੍ਹਾਂ ਕਰਦੇ ਹੋ? ਕਿ ਮਤਲਬ ਆਬਵੀਅਸ ਹੈ ਕਿ ਲੋਕ ਡੀਮੋਟੀਵੇਟ ਕਰਦੇ ਹੋਣਗੇ ਕਿ ਆ ਕੁੜੀ ਆ ਗਈ ਹੈ, ਇਹਨੂੰ ਕਿਹਨੇ ਪੁੱਛਣਾ, ਇਹਨੂੰ ਸਵਾਰੀ ਕਿਹਨੇ ਦੇਣੀ ਹੈ, ਹਨਾ? ਇਦਾਂ ਵੀ ਹੁੰਦਾ? ਹੋ ਜਾਂਦਾ ਮੈਮ, ਕਦੀ ਕਦੀ ਹੁੰਦਾ ਆ। ਠੀਕ ਹੈ। ਤੇ ਫਿਰ ਤੁਸੀਂ ਕੀ ਕਹਿੰਦੇ ਹੋ ਅਗਲੇ ਨੂੰ? ਮਤਲਬ ਜੇ ਕੋਈ ਸਵਾਰੀ ਤੁਹਾਡੇ ਕੋਲ ਆਉਂਦੀ ਹੈ, ਉਹ ਮਤਲਬ ਅਨਕੰਫਰਟ ਫੀਲ ਕਰਦੇ ਆ ਕਿ ਨਹੀਂ ਯਾਰ ਕੁੜੀ ਲੈ ਕੇ ਜਾਊਗੀ, ਕੀ ਪਤਾ ਇਹਨੂੰ ਚਲਾਉਣਾ ਆਉਂਦਾ ਹੋਏਗਾ ਕਿ ਨਹੀਂ? ਬਹੁਤ ਖੁਸ਼ ਹੁੰਦੇ ਆ ਲੋਕੀ ਬੈਠਦੇ ਵਿੱਚ, ਲੇਡੀਜ਼ ਖਾਸ ਕਰਕੇ ਬਹੁਤ ਖੁਸ਼ ਹੁੰਦੀਆਂ ਬੈਠ ਕੇ
ਔਰ ਕਿਸੇ ਨੂੰ ਪਤਾ ਲੱਗ ਜਾਂਦਾ ਵਾ ਕਿ ਜੇ ਇਹਨੇ ਫੜਿਆ ਆ ਤੇ ਇਹਨੂੰ ਚਲਾਉਣਾ ਹੀ ਆਉਂਦਾ ਹੀ ਹੋਊਗਾ। ਤੇ ਮੈਂ ਵੀ ਬੜੀ ਸੇਫਲੀ ਮਤਲਬ ਉਹਨਾਂ ਨੂੰ ਘਰ ਪਹੁੰਚਾਉਂਦੀ ਆ ਉਹਨਾਂ ਦੇ। ਬਹੁਤ ਵਧੀਆ ਲੱਗਦਾ ਆ, ਸਵਾਰੀ ਨੂੰ ਵੀ ਬਹੁਤ ਵਧੀਆ ਲੱਗਦਾ। ਲੋਕੀ ਪਿੱਛੇ ਤੱਕ ਗਰਦਨ ਘੁਮਾ ਲੈਂਦੇ ਦੇਖਣ ਲਈ ਕਿ ਕੁੜੀ ਚਲਾ ਰਹੀ ਆ। ਮਤਲਬ ਮੇਰੇ ਵਾਲੀ ਗੱਲ ਹੀ ਹੋ ਗਈ ਹੈ ਕਿ ਜਦੋਂ ਮੈਂ ਦੇਖਿਆ ਸੀ ਨਾ, ਪਹਿਲਾਂ ਤਾਂ ਮੈਂ ਵੀ ਮੁੜ ਕੇ ਦੇਖਦੀ ਰਹੀ ਸੀ ਕਿ ਮਤਲਬ ਇਹ ਪੱਕਾ ਕੁੜੀ ਹੈ ਨਾ ਜਿਹੜੀ ਚਲਾ ਰਹੀ ਹੈ ਨਾ। ਤੇ ਕਦੀ ਜਿਹੜੇ ਸਾਥੀ ਡਰਾਈਵਰਸ ਨੇ ਉਹਨਾਂ ਨੇ ਕਿੰਤੂ ਪਰੰਤੂ ਕੀਤੀ ਹੈ? ਸਾਰੇ ਨਹੀਂ, ਕਈ ਤਾਂ ਮੈਨੂੰ ਸਵਾਰੀ ਆਪ ਦੇ ਦਿੰਦੇ ਆ, ਪਰ ਕਈ ਹੈਗੇ ਆ ਕਰਨ ਵਾਲੇ ਵਿੱਚ ਕਿ ਸਵਾਰੀ ਕਿਉਂ ਚੱਕੀ ਆ, ਸਵਾਰੀ ਸਟੈਂਡ ਤੋਂ ਨਹੀਂ ਚੱਕਣੀ, ਇੱਥੇ ਤੱਕ ਨਹੀਂ ਚੱਕਣੀ, ਇਦਾਂ ਕਹਿੰਦੇ ਆ ਕਈ। ਪਰ ਕਈ ਬਹੁਤ ਚੰਗੇ ਆ, ਚੰਗੇ ਵੀ ਹੈਗੇ ਆ, ਮਾੜੇ ਵੀ ਹੈਗੇ ਆ। ਮਤਲਬ ਪਰ ਮੈਂ ਤਾਂ ਕੰਮ ਕਰਨਾ ਆ, ਮੈਨੂੰ ਤਾਂ ਕੋਈ ਰੋਕ ਨਹੀਂ ਸਕਦਾ, ਨਾ ਮੈਂ ਰੁਕਣ ਵਾਲੀ ਆ। ਕਿਉਂਕਿ ਮੇਰੇ ਬੱਚਿਆਂ 3 ਬੇਟੀਆਂ ਮੇਰੀਆਂ ਤੇ ਮੇਰੇ ਹਸਬੈਂਡ, ਸਾਰਿਆਂ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ। ਤੇ ਲੋਕਾਂ ਦੇ ਘਰ ਮੈਂ ਜਦੋਂ ਕੰਮ ਕਰਦੀ ਸੀ ਉਦੋਂ ਮੈਨੂੰ ਕੀ ਮਿਲਦਾ 500 ਰੁਪਏ 200 ਰੁਪਏ ਭਾਂਡੇ ਧੋਣ ਦਾ। ਤੇ ਇਹਦੇ ਵਿੱਚ ਮੈਨੂੰ ਅੱਛੀ ਇਨਕਮ ਹੁੰਦੀ ਆ ਜਿਹਦੇ ਨਾਲ ਮੈਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੀ ਆ। ਉਹਨਾਂ ਦੀ ਹੋਰ ਵੀ ਜ਼ਰੂਰਤਾਂ ਹੈਗੀਆਂ ਕਿਉਂਕਿ ਬੇਟੀਆਂ ਆ ਮੇਰੀਆਂ, ਉਹ ਜਵਾਨ ਹੋ ਰਹੀਆਂ ਆ, ਮੇਰੇ ਜਿੱਡੀਆਂ ਹੋ ਗਈਆਂ ਆ। ਤੇ ਉਹਨਾਂ ਦੀਆਂ ਕਾਫੀ ਸਾਰੀਆਂ ਜ਼ਰੂਰਤਾਂ ਆ ਜਿਹੜੀਆਂ ਕਿ ਮੈਨੂੰ ਕਰਨੀਆਂ ਪੈਣੀਆਂ ਪੂਰੀਆਂ। ਤੇ ਕਿਸੇ ਤੋਂ ਮੰਗਣ ਨਾਲੋਂ ਚੰਗਾ ਆ ਮੈਂ ਆਪਣਾ ਆਪ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲਦੀ ਪਈ ਆ। ਹਾਂਜੀ, ਬਹੁਤ ਅੱਛੀ ਗੱਲ ਹੈ। ਔਰ ਕਦੀ ਰਿਲੇਟਿਵਸ ਨੇ ਜਾਂ ਰਿਸ਼ਤੇਦਾਰਾਂ ਨੇ ਵੀ ਕਿਹਾ ਕਿ ਤੂੰ ਮਤਲਬ ਕਿਤੇ ਬੈਠ ਕੇ ਕੰਮ ਕਰ ਲੈ, ਕੀ ਸੜਕਾਂ ਦੇ ਉੱਪਰ ਘੁੰਮਦੀ ਆ, ਆਟੋ ਰਿਕਸ਼ਾ ਜਿਹੜਾ ਈ ਰਿਕਸ਼ਾ ਹੈ ਇਸ ਨੂੰ ਚਲਾਉਣੀ ਹੈ, ਕੀ ਰੱਖਿਆ ਇਹਦੇ ਵਿੱਚ? ਨਹੀਂ ਮੈਮ, ਕਿਸੇ ਨੇ ਨਹੀਂ ਕਦੀ ਕਿਹਾ, ਕਦੀ ਨਹੀਂ ਕਿਹਾ, ਮਤਲਬ ਕੋਈ ਨਹੀਂ ਕੁਝ ਵੀ ਕਹਿੰਦਾ। ਮਤਲਬ ਉਹਨਾਂ ਨੂੰ ਪਤਾ ਆ ਕਿ ਉਹ ਦੇ ਨਹੀਂ ਸਕਦੇ ਤੇ ਅਸੀਂ ਇਹਨੂੰ ਰੋਕਣਾ ਵੀ ਨਹੀਂ ਆ ਕਿਸੇ ਵੀ ਤਰ੍ਹਾਂ। ਉਹ ਮਤਲਬ ਮੇਰੀ ਬਹਾਦਰੀ ਕਹਿੰਦੇ ਆ ਕਿ ਤੂੰ ਬਹਾਦਰ ਆ, ਸਾਡਾ ਪਰਿਵਾਰ ਸਾਂਭਿਆ ਹੈ ਤੂੰ, ਕਿ ਸਾਡੇ ਸਿਰ ਤੇ ਬੋਝ ਨਹੀਂ ਆ ਤੂੰ। ਇਸ ਗੱਲੋਂ ਮੈਨੂੰ ਰਿਸ਼ਤੇਦਾਰ ਵੱਲੋਂ ਕੋਈ ਹੈ ਨਹੀਂ, ਇਸ ਪ੍ਰੋਬਲਮ ਨਹੀਂ ਹੈ। ਤੇ ਹਸਬੰਡ ਕਿੰਨਾ ਕੁ ਸਪੋਰਟ ਕਰਦੇ ਆ? ਉਹਨਾਂ ਨੇ ਤਾਂ ਨਹੀਂ ਕਦੀ? ਹਸਬੈਂਡ ਦਾ ਹੀ ਤਾਂ ਫੁੱਲ ਸਪੋਰਟ ਆ। ਉਹ ਮੇਰੀ ਬਹੁਤ ਰਿਸਪੈਕਟ ਕਰਦੇ ਆ ਤੇ ਮੇਰੀ ਪੂਰੀ ਇੱਜ਼ਤ ਕਰਦੇ ਆ। ਹਾਂ, ਮਹੱਲੇ ਵਾਲੇ ਪਿੰਡ ਵਾਲੇ ਵੀ ਬਹੁਤ ਰਿਸਪੈਕਟ ਕਰਦੇ ਆ ਕਿ ਮੈਂ ਇਦਾਂ ਦੇ ਮਾੜੇ ਹਾਲਾਤਾਂ 'ਚ ਵੀ, ਕਿਉਂਕਿ 8 ਸਾਲ ਬਹੁਤ ਹੁੰਦੇ ਆ ਕਿ ਕੋਈ ਦਿੰਦਾ ਵੀ ਨਹੀਂ ਹੁੰਦਾ ਸੀਗਾ। ਜੇ ਦੇ ਦਿੰਦੇ ਸੀਗੇ ਤੇ ਤੁਹਾਨੂੰ ਪਤਾ ਜ਼ਮਾਨਾ ਕਿੰਨਾ ਬੁਰਾ ਆ, ਚੰਗੇ ਲੋਕ ਹੈਗੇ ਆ ਤੇ ਮਾੜੇ ਵੀ ਹੈਗੇ ਆ। ਇਸ ਕਰਕੇ ਮੈਂ ਆਪਣੇ ਆਪ ਨੂੰ ਜਿਹੜਾ ਸਟਰੋਂਗ ਕੀਤਾ ਆ ਕਿ ਨਹੀਂ, ਮੈਂ ਸਭ ਕੁਝ ਕਰ ਸਕਦੀ ਹਾਂ। ਮੇਰੇ ਲਈ ਕੋਈ ਵੀ ਕੰਮ ਮੁਸ਼ਕਲ ਨਹੀਂ ਆ। ਔਰ ਕਿਰਨ, ਤੁਸੀਂ ਈ ਰਿਕਸ਼ਾ ਚਲਾਉਂਦੇ ਹੋ ਹਨਾ, ਤੇ ਬੱਚਿਆਂ ਦੇ ਲਈ ਕੀ ਪਲੈਨਿੰਗ ਕਰਕੇ ਰੱਖੀ ਹੋਈ ਹੈ? ਉਹਨਾਂ ਨੂੰ ਕੀ ਬਣਾਉਣਾ ਵੱਡੇ? ਮੈਮ, ਜੋ ਬਣਨਾ ਚਾਹਣਗੀਆਂ ਮੈਂ ਉਹਨਾਂ ਨੂੰ ਪੜ੍ਹਾਉਣਾ ਚਾਹੁੰਦੀ ਆ, ਜਿੱਥੋਂ ਤੱਕ ਵੀ ਉਹ ਪੜ੍ਹਨਾ ਚਾਹੁੰਦੀਆਂ। ਤੇ ਉਹਨਾਂ ਨੂੰ ਕੋਈ ਕੋਰਸ ਕਰਾਉਣਾ ਚਾਹੁੰਦੀ ਆ ਜਿਹਦੇ ਵਿੱਚ ਉਹਨਾਂ ਦਾ ਇੰਟਰਸਟ ਹੋਊਗਾ। ਤੇ ਮੈਂ ਆਪਣੀ ਮਿਹਨਤ ਦੇ ਨਾਲ ਉਹਨਾਂ ਨੂੰ ਮਤਲਬ ਇੰਨਾ ਕੁ ਪੜ੍ਹਾਉਣਾ ਚਾਹੁੰਦੀ ਕਿ ਤਾਂ ਕਿ ਉਹਨਾਂ ਨੂੰ ਇਹ ਕੰਮ ਨਾ ਕਰਨਾ ਪਵੇ। ਤੇ ਜਦੋਂ ਤੁਰ ਫਿਰ ਕੇ ਤੁਸੀਂ ਕਿਹਾ ਕਿ ਇਦਾਂ ਆਉਂਦੇ ਜਾਂਦੇ ਸਵਾਰੀ ਮਿਲ ਜਾਂਦੀ, ਤੇ ਜਦੋਂ ਸਵਾਰੀ ਮਿਲਦੀ ਹੈ ਮਤਲਬ ਇੰਨੀ ਕੁ ਇਨਕਮ ਹੋ ਜਾਂਦੀ ਆ ਕਿ ਗੁਜ਼ਾਰਾ ਜਿਹੜਾ ਉਹ ਸੋਹਣਾ ਹੋ ਜਾਵੇ। ਤੁਹਾਡੇ ਬਿੱਲ ਜਿਹੜੇ ਕਰਦੇ ਨੇ, ਤੁਸੀਂ ਦੱਸਿਆ ਸੀ ਕਿ ਈ ਰਿਕਸ਼ਾ ਵੀ ਜਿਹੜਾ ਇਸ ਨੂੰ ਚਾਰਜ ਕਰਨਾ ਪੈਂਦਾ ਹੈ ਹਨਾ? ਹਾਂਜੀ। ਤੇ ਚਾਰਜਿੰਗ ਦੇ ਵਿੱਚ ਕਿੰਨਾ ਕੁ ਟਾਈਮ ਲੱਗਦਾ ਇਹਨੂੰ? ਇਹਨੂੰ ਲੱਗ ਜਾਂਦੇ 10 ਘੰਟੇ। ਬਿੱਲ ਮਤਲਬ ਕਿ ਕਾਫੀ ਜ਼ਿਆਦਾ ਆਊਗਾ। ਤੇ ਬਿੱਲ ਵਗੈਰਾ ਦੀ ਭਰਪਾਈ ਔਰ ਘਰ ਦੇ ਖਰਚੇ, ਬੱਚਿਆਂ ਦੀ ਫੀਸ, ਉਹ ਸਾਰਾ ਮੈਨੇਜ ਹੋ ਜਾਂਦਾ? ਕੁਝ ਨਹੀਂ ਹੋ ਰਿਹਾ, ਬਸ ਕਰਨਾ ਪੈ ਰਿਹਾ ਹੈ। ਕੁਝ ਨਹੀਂ ਮੈਨੇਜ ਹੋ ਰਿਹਾ, ਪਰ ਫਿਰ ਵੀ ਮੈਂ ਮਤਲਬ ਕੀ ਕਵਾਂ, ਹੁਣ ਬੱਚਿਆਂ 'ਚ ਮੈਨੂੰ ਖੁਸ਼ੀ ਨਾਲ ਰਹਿਣਾ ਪੈਂਦਾ ਆ। ਬੱਚੇ ਕੁਝ ਚੀਜ਼ ਮੰਗਦੇ ਆ, ਮੈਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਕੁਝ ਵੀ ਕਰਕੇ ਨਾ ਅਰੇਂਜ ਕਰਨਾ ਪੈਂਦਾ ਆ, ਕਿਉਂਕਿ ਬੱਚੇ ਤਾਂ ਬੱਚੇ ਆ ਨਾ, ਉਹਨਾਂ ਨੂੰ ਨਹੀਂ ਸਮਝ ਆ। ਬੇਟੀ ਵੱਡੀ ਤਾਂ ਸਮਝ ਲੂਗੀ ਤੇ ਛੋਟੇ ਬੱਚਿਆਂ ਨੂੰ ਨਹੀਂ ਪਤਾ। ਕਿਰਨ, ਕੀ ਬੱਚੇ ਕਈ ਵਾਰੀ ਚੀਜ਼ ਮੰਗਦੇ ਨੇ ਜਾਂ ਕੁਝ ਉਹਨਾਂ ਦੀਆਂ ਖੁਆਇਸ਼ਾਂ ਹੁੰਦੀਆਂ ਨੇ, ਉਹ ਪੂਰੀਆਂ ਨਹੀਂ ਕਰ ਪਾਉਂਦੇ ਤੁਸੀਂ, ਤੇ ਫਿਰ ਦਿਲ ਨੂੰ ਧਰਵਾਸ ਜਿਹੜਾ ਉਹ ਕਿਸ ਤਰ੍ਹਾਂ ਦਿੰਦੇ ਹੋ? ਮੈਮ, ਬਹੁਤ ਮੁਸ਼ਕਲ ਹੁੰਦੀ ਆ। ਮਤਲਬ ਕਿ ਇੰਨਾ ਕੁ ਔਖਾ ਹੋ ਜਾਂਦਾ ਨਾ ਜਦੋਂ ਕੁਝ ਮੰਗ ਲੈਂਦੀਆਂ। ਕਿਸੇ ਵੇਲੇ ਮੇਰੇ ਕੋਲ ਨਹੀਂ ਪੈਸੇ ਹੁੰਦੇ ਤੇ ਪਰ ਮੈਂ ਉਹਨਾਂ ਨੂੰ ਮਨਾ ਨਹੀਂ ਕਰ ਸਕਦੀ, ਕਿਉਂਕਿ ਜਦੋਂ ਉਹਨਾਂ ਦੇ ਪਾਪਾ ਠੀਕ ਸੀਗੇ ਉਹ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਸੀਗੇ। ਬੱਚਿਆਂ ਨੂੰ ਫਿਰ ਉਹੀ ਆਦਤ ਰਹਿ ਜਾਂਦੀ ਆ, ਨਾਲੇ ਬੱਚੇ ਤਾਂ ਬੱਚੇ ਆ, ਉਹਨਾਂ ਨੂੰ ਕੁਝ ਨਹੀਂ ਪਤਾ। ਤੇ 2 ਵਾਰੀ ਤਾਂ ਮੈਂ ਮਤਲਬ ਕਿ ਸੱਚ ਦੱਸਾਂ ਤੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ। ਮੈਂ ਇਦਾਂ ਹੀ ਰਾਤ ਨੂੰ 12-1 ਵਜੇ ਚੁੰਨੀ ਬੰਨ੍ਹ ਲਈ। ਮੈਂ ਆਪਣੀਆਂ ਬੇਟੀਆਂ ਨੂੰ ਪਿਆਰ ਕਰਦੀ ਰਹੀ ਪੂਰੀ ਰਾਤ, ਬਾਰ-ਬਾਰ ਉਹਨਾਂ ਨੂੰ ਮੈਂ ਦੇਖਦੀ ਰਹੀ। ਛੋਟੀ ਬੇਟੀ ਨੂੰ ਮੈਂ ਮੂੰਹ ਚੁੰਮ ਕੇ ਆ ਜਾ ਕਰਾਂ, ਆ ਕੇ ਚੁੰਨੀ ਦੇ ਕੋਲ ਆਇਆ ਕਰਾਂ, ਫਿਰ ਮੈਂ ਵਾਪਸ ਚਲ ਜਾ ਕਰਾਂ। ਤੇ ਇੰਨੇ ਨੂੰ ਨਾ 4 ਵਜੇ ਮੇਰੀ ਬੇਟੀ ਉੱਠ ਗਈ। ਤੇ ਉਹ ਜਦੋਂ ਉੱਠ ਗਈ ਨਾ, ਮੰਮਾ ਕਿਹਾ ਉਹਨੇ, ਮੈਂ ਫਟਾਫਟ ਚੁੰਨੀ ਖੋਲੀ, ਆਪਣੀ ਬੇਟੀ ਨੂੰ ਗੱਲ ਨਾਲ ਲਾ ਲਿਆ। ਦੂਜੀ ਵਾਰੀ ਵੀ ਇਦਾਂ ਹੀ ਹੋਇਆ। ਮੈਂ ਬਲੇਟ ਲਿਆ, ਮੈਂ ਸੋਚਿਆ ਕਿ ਮਤਲਬ ਇੱਦਾਂ ਕਿਸੇ ਨੂੰ ਪਤਾ ਨਹੀਂ ਚੱਲੂਗਾ, ਮੈਂ ਕਹਿ ਦੂੰਗੀ ਜੇ ਮੈਂ ਬਚ ਗਈ ਤੇ ਮੈਂ ਕਹਿ ਦੂੰਗੀ ਕਿ ਕੰਮ ਕਰ ਰਹੀ ਸੀ, ਇੱਦਾਂ ਕੁਝ ਲੱਗ ਗਿਆ। ਤੇ ਪਰ ਮੈਂ ਸੋਚਿਆ ਕਿ ਜੇ ਇੱਦਾਂ ਦੀ ਦੁਨੀਆ 'ਚ ਜੀਣਾ ਮੈਨੂੰ ਇੰਨਾ ਔਖਾ ਹੋ ਰਿਹਾ ਤੇ ਮੇਰੀ ਬੇਟੀਆਂ ਨਾਲ ਜੇ ਕੁਝ ਗਲਤ ਹੋ ਗਿਆ।
ਮੈਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਚੁੱਕੀ ਹਾਂ। ਜੋ ਮੇਰੇ ਨਾਲ ਨਹੀਂ ਹੋਣਾ ਚਾਹੀਦਾ ਸੀ ਨਾ, ਉਹ ਵੀ ਹੋਇਆ ਹੈ। ਬਹੁਤ ਕੁਝ ਦੇਖਿਆ ਮੈਂ। ਹੁਣ ਮੈਂ ਆਪਣੇ ਆਪ ਨੂੰ ਮਤਲਬ ਬੰਦਿਆਂ ਵਾਂਗੂ ਸਟਰੋਂਗ ਕੀਤਾ ਕਿ ਨਹੀਂ ਠੀਕ ਹੈ, ਲੋਕ ਕੁਛ ਨਹੀਂ ਕਹਿੰਦੇ ਪਰ ਸਾਥ ਵੀ ਕੋਈ ਨਹੀਂ ਦਿੰਦਾ, ਕਿਸੇ ਨੂੰ ਕੋਈ ਮਤਲਬ ਨਹੀਂ। ਤੁਸੀਂ ਬਹੁਤ ਸਟਰੋਂਗ ਆ, ਹੈ ਨਾ? ਇੱਥੇ ਤੱਕ ਆ ਗਏ, ਇੰਨਾ ਕੁਝ ਕਰ ਲਿਆ, ਹੈ ਨਾ? ਤੇ ਹੁਣ ਹੌਸਲਾ ਕਿਉਂ ਛੱਡਣਾ? ਮਤਲਬ ਕੋਈ ਸਾਥ ਦਵੇ ਨਾ ਦਵੇ, ਮਤਲਬ ਆਪਣੇ ਲਈ ਤਾਂ ਖੜੇ ਆ ਨਾ ਅਸੀਂ। ਬੱਚਿਆਂ ਦੇ ਸਾਹਮਣੇ ਰੋ ਨਹੀਂ ਸਕਦੀ ਮੈਂ। ਜਦੋਂ ਸੋ ਜਾਂਦੇ ਆ ਨਾ, ਫਿਰ ਮੈਂ ਪੂਰੀ ਰਾਤ ਜਾਗਦੀ ਆ। ਉਹ ਟਾਈਮ ਮੇਰੇ ਦਿਮਾਗ 'ਚ ਚੱਲਦਾ ਰਹਿੰਦਾ। ਫਿਰ ਸਵੇਰ ਨੂੰ ਕਹਿ ਦਿੰਦੀ ਕਿ ਨਹੀਂ, ਮੇਰੀਆਂ ਬੇਟੀਆਂ ਲਈ ਮੈਨੂੰ ਜੀਣਾ ਪੈਣਾ, ਮੈਂ ਮਰ ਨਹੀਂ ਸਕਦੀ। ਕਿਉਂਕਿ ਜੇ ਮੈਂ ਮਰ ਗਈ ਨਾ, ਮੇਰੇ ਬੱਚਿਆਂ ਨੇ ਜਿੰਦੇ ਜੀ ਮਰ ਜਾਣਾ। ਔਰ ਹੈ ਬੇਟੀਆਂ ਆ, ਬੇਟੇ ਹੁੰਦੇ ਤਾਂ ਛੱਡ ਵੀ ਦਿੰਦੀ, ਮਰ ਜਾਂਦੀ ਹੈ ਨਾ। ਪਰ ਮੈਂ ਆਪਣੀਆਂ ਬੇਟੀਆਂ ਨੂੰ ਨਹੀਂ ਛੱਡ ਸਕਦੀ। ਮੈਂ ਉਹਨਾਂ, ਮੇਰੀ ਜਾਨ ਆ ਮੇਰੀਆਂ ਬੇਟੀਆਂ ਪਾਲਣੇ। ਇਦਾਂ ਹੀ ਮੈਂ ਦੂਸਰੀਆਂ ਲੇਡੀਜ਼ ਨੂੰ ਵੀ ਆਪਣਾ ਮੈਸੇਜ ਦੇਣਾ ਚਾਹੂੰਗੀ ਕਿ ਉਹ ਵੀ ਸਭ ਕੁਝ ਕਰ ਸਕਦੀ। ਬੰਦੇ ਨਾਲੋਂ ਜ਼ਿਆਦਾ ਸਟਰੋਂਗ ਲੇਡੀ ਆ, ਕਿਉਂਕਿ ਲੇਡੀ ਬੱਚਾ ਪੈਦਾ ਕਰ ਸਕਦੀ ਆ, ਆਪਣੇ ਅੰਦਰੋਂ ਇੱਕ ਜ਼ਿੰਦਗੀ ਪੈਦਾ ਕਰਦੀ ਆ, ਹਨਾ। ਤੇ ਮਤਲਬ ਉਹ ਕੁਝ ਵੀ ਕਰ ਸਕਦੀ ਆ। ਲੇਡੀਜ਼ ਲਈ ਕੁਝ ਔਖਾ ਨਹੀਂ ਆ, ਇਹ ਕਹਿਣ ਨੂੰ ਹੀ ਆ ਬਸ। ਬਿਲਕੁਲ, ਹਾਂਜੀ। ਇਹ ਜਦੋਂ ਅਸੀਂ ਹਿੰਮਤ ਹਾਰਦੇ ਆ ਨਾ, ਉਦੋਂ ਬਸ ਸਭ ਕੁਝ ਖਤਮ ਹੁੰਦਾ ਹੈ। ਜੇ ਮੈਂ ਆਪਣੇ ਆਪ ਨੂੰ ਫੇਰ ਨਵਾਂ ਬਣਾਇਆ ਆ, ਬਹੁਤ ਕੁਝ ਹੋਣ ਦੇ ਬਾਵਜੂਦ ਵੀ ਫੇਰ ਮੈਂ ਆਪਣੇ ਆਪ ਨੂੰ ਖੜਾ ਕੀਤਾ, ਆਪਣੀ ਬੇਟੀਆਂ ਲਈ, ਆਪਣੇ ਹਸਬੈਂਡ ਦੇ ਲਈ। ਤੇ ਮੈਨੂੰ ਕਰਨਾ ਪੈਣਾ, ਮੈਂ ਆਪਸ਼ਨ ਹੈ ਨਹੀਂ ਹੋਰ ਕੋਈ। ਕਿਰਨ, ਕਦੀ ਇਦਾਂ ਵੀ ਹੋਇਆ ਜਦੋਂ ਤੁਸੀਂ ਈ ਰਿਕਸ਼ਾ ਚਲਾਉਂਦੇ ਹੋ, ਠੀਕ ਹੈ, ਫੀਮੇਲ ਡਰਾਈਵਰ ਹੋ, ਔਰ ਤੁਹਾਨੂੰ ਕਦੀ ਲੇਟ ਨਾਈਟ ਕਾਲ ਆ ਜਾਵੇ, ਸਵਾਰੀ ਚੱਕਣੀ ਪੈ ਜਾਵੇ, ਜਾਂ ਸਵੇਰੇ ਸਵਾਰੀ ਚੱਕਣੀ ਪੈ ਜਾਵੇ, ਤੇ ਮੁਸ਼ਕਿਲ ਹੁੰਦਾ ਹੈ ਕਦੀ? ਕਿਉਂਕਿ ਐਜ਼ ਅ ਫੀਮੇਲ, ਐਜ਼ ਅ ਲੜਕੀ, ਕਈ ਵਾਰੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ, ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ, ਔਰ ਯਕੀਨ ਅਸੀਂ ਕਿਸੇ ਤੇ ਨਹੀਂ ਕਰ ਸਕਦੇ। ਕਦੀ ਇਦਾਂ ਵੀ ਹੋਇਆ ਕੁਝ? ਬਿਲਕੁਲ ਮੈਮ, ਲੇਟ ਨਾਈਟ ਵੀ ਮੈਂ ਭਾਵੇਂ 10 ਵਜੇ ਹੁਣ 11 12 1 2 2:30 ਵਜੇ ਵੀ ਅਸੀਂ ਮਤਲਬ ਤੇ ਈ ਰਿਕਸ਼ਾ ਤੇ ਗੇੜੇ ਲਗਾਏ ਹੋਏ ਆ। ਪਰ ਰਾਤ ਨੂੰ ਇਦਾਂ ਆ ਕਿ ਮੇਰੇ ਹਸਬੈਂਡ ਚਾਹੇ ਉਹ ਬਿਮਾਰ ਆ, ਚਾਹੇ ਉਹਨਾਂ ਦਾ ਪਾਸਾ ਨਹੀਂ ਚੱਲਦਾ, ਫਿਰ ਵੀ ਮੈਂ ਉਹਨਾਂ ਨੂੰ ਨਾਲ ਲੈ ਜਾਂਦੀ ਆ। ਮੇਰੇ ਨਾਲ ਉਹ ਸੀਟ ਤੇ ਮੂਹਰੇ ਬੈਠ ਜਾਂਦੇ ਆ, ਤੇ ਅਸੀਂ ਦੋਨੋਂ ਜਣੇ ਰਲ ਕੇ ਕੰਮ ਕਰ ਲਈਦਾ, ਕਿਉਂਕਿ ਚਲਾ ਨਹੀਂ ਸਕਦੇ ਤੇ ਮੇਰੇ ਨਾਲ ਬੈਠ ਜਾਂਦੇ ਆ। ਤੇ ਇਸ ਕਰਕੇ ਅਜੇ ਤੱਕ ਤਾਂ ਇਦਾਂ ਦੀ ਕੋਈ ਨੌਬਤ ਨਹੀਂ ਆਈ ਕਿ ਕੋਈ ਇਦਾਂ ਦਾ ਪਰਸਨ ਮਿਲਿਆ ਹੋਵੇ ਸਾਨੂੰ। ਤੇ ਬਾਕੀ ਮੇਰੇ ਹਸਬੈਂਡ ਮੇਰੇ ਨਾਲ ਹੁੰਦੇ ਆ ਰਾਤ ਨੂੰ, ਦਿਨੇ ਮੈਂ ਇਕੱਲੀ ਕੰਮ ਕਰ ਲੈਂਦੀ। ਮਤਲਬ ਹਾਲੇ ਤੱਕ ਜਿੰਨਾ ਵੀ ਮਾਹੌਲ ਮਿਲਿਆ ਆ, ਸੇਫ ਮਿਲਿਆ ਆ, ਸੁਰੱਖਿਅਤ ਮਿਲਿਆ, ਹੈ ਨਾ? ਮਤਲਬ ਜੇ ਕਿਹਾ ਜਾਵੇ ਸਧਾਰਨ ਸ਼ਬਦਾਂ ਵਿੱਚ, ਤੇ ਲੋਕ ਸਪੋਰਟ ਕਰਦੇ ਆ ਮੈਮ, ਬਹੁਤ ਸਪੋਰਟ ਕਰਦੇ ਆ, ਔਰ ਖੁਸ਼ ਹੁੰਦੇ ਆ ਕਿ ਇੱਕ ਲੇਡੀ। ਮੇਰੀ ਬੇਟੀ ਨੂੰ ਪਰਸੋਂ ਮੇਰੀ ਬੇਟੀ ਕਹਿੰਦੀ ਮੈਂ ਪੇਸਟਰੀ ਖਾਣੀ ਆ, ਤੇ ਮੈਂ ਉਹਨੂੰ ਪੇਸਟਰੀ ਲੈ ਕੇ ਦੇ ਰਹੀ ਸੀ, ਤੇ ਉੱਥੇ ਇੱਕ ਫੌਜੀ ਸਰ ਖੜੇ ਸੀਗੇ, ਤੇ ਮੇਰੀ ਬੇਟੀ ਨੇ ਪੁੱਛਿਆ ਅੰਕਲ ਤੁਸੀਂ ਫੌਜੀ ਹੋ? ਤੇ ਉਹਨਾਂ ਨੇ ਮੈਨੂੰ ਦੇਖਿਆ, ਕਾਫੀ ਦੇਰ ਤੋਂ ਮੈਨੂੰ ਦੇਖੀ ਜਾ ਰਹੇ ਸੀਗੇ। ਉਹਨੇ ਕਿਹਾ ਕਿ ਉਹ ਕੌਣ ਆ, ਉੱਥੋਂ ਤੋਂ ਉਤਰ ਕੇ ਆਈ ਆ। ਉਹ ਕਹਿੰਦੀ ਮੇਰੀ ਮੰਮਾ। ਕਹਿੰਦੇ ਤੇਰੇ ਮੰਮਾ ਵੀ ਇੱਕ ਫੌਜੀ ਆ, ਆਪਣੇ ਘਰ ਲਈ ਉਹ ਸੰਘਰਸ਼ ਕਰ ਰਹੇ ਆ ਨਾ, ਤੇਰੀ ਮੰਮਾ ਵੀ ਇੱਕ ਫੌਜੀ ਆ। ਤੇ ਮੈਨੂੰ ਬੜਾ ਵਧੀਆ ਲੱਗਾ ਕਿ ਲੋਕ ਚੰਗੇ ਵੀ ਬਹੁਤ ਹੈਗੇ ਆ, ਬਹੁਤ। ਜਿੱਦਾਂ ਤੁਸੀਂ ਆਏ ਮੈਨੂੰ ਲੱਭ ਕੇ, ਤੁਸੀਂ ਕਿੰਨੇ ਚੰਗੇ ਆ, ਸਾਡੇ ਨਾਲ ਲੱਗ ਜਾ ਪਿਆਰ ਪੈ ਗਿਆ, ਹਨਾ। ਤੇ ਇਦਾਂ ਵੀ ਲੋਕ ਚੰਗੇ ਵੀ ਬਹੁਤ ਹੈਗੇ ਆ। ਅੱਜ ਅਸੀਂ ਮੁਲਾਕਾਤ ਕੀਤੀ ਹੈ ਈ ਰਿਕਸ਼ਾ ਡਰਾਈਵਰ ਕਿਰਨ ਦੇ ਨਾਲ, ਠੀਕ ਹੈ, ਔਰ ਇਹਨਾਂ ਨੇ ਬਿਲਕੁਲ ਨਵੀਂ ਉਦਾਹਰਨ ਸੈੱਟ ਕੀਤੀ ਹੈ ਫੀਮੇਲਸ ਦੇ ਲਈ ਕਿ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੈ। ਆਪਣੇ ਘਰੋਂ ਬਾਹਰ ਨਿਕਲੋ, ਦੁਨੀਆ ਦੇ ਵਿੱਚ ਵਿਚਰੋ, ਤੁਹਾਨੂੰ ਹੌਸਲਾ ਚਾਹੀਦਾ ਹੈ ਬਸ ਅੱਗੇ ਵਧਣ ਦਾ। ਔਰ ਇਹਨਾਂ ਨੇ ਹੌਸਲਾ ਜਿਹੜਾ ਆ ਬਖੂਬੀ ਦਿਖਾਇਆ ਹੈ, ਔਰ ਕੰਮ ਕਰਕੇ ਬਾਹਰ ਨਿਕਲੇ ਨੇ, ਔਰ ਇਹਨਾਂ ਨੇ ਲੋਕਾਂ ਦੇ ਲਈ, ਬਾਕੀ ਫੀਮੇਲਸ ਦੇ ਲਈ ਐਗਜ਼ਾਮਪਲ ਸੈੱਟ ਕੀਤੀ ਹੈ। ਔਰ ਜਿੱਥੇ ਤੱਥ ਬਣੇ ਹੋਏ ਨੇ, ਮਿੱਥ ਬਣੇ ਹੋਏ ਨੇ ਕਿ ਜਿਹੜੀਆਂ ਔਰਤਾਂ ਨੇ ਉਹ ਚਾਰ ਦੀਵਾਰੀ ਦੇ ਵਿੱਚ ਹੀ ਚੰਗੀਆਂ ਲੱਗਦੀਆਂ ਨੇ, ਉਹ ਸਿਰਫ ਬਾਕੀਆਂ ਦਾ ਸਹਾਰਾ ਲੈ ਕੇ ਅੱਗੇ ਵੱਧ ਸਕਦੀਆਂ ਨੇ, ਨਹੀਂ, ਇਹ ਗੱਲ ਬਿਲਕੁਲ ਗਲਤ ਹੈ। ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਨਾ, ਕੁਝ ਬਣਨਾ ਚਾਹੁੰਦੇ ਹੋ, ਤੁਸੀਂ ਕਰ ਸਕਦੇ ਹੋ। ਸਿਰਫ ਹੌਸਲਾ ਚਾਹੀਦਾ ਹੈ, ਜਜ਼ਬਾ ਚਾਹੀਦਾ ਹੈ, ਔਰ ਹਿੰਮਤ ਚਾਹੀਦੀ ਹੈ। ਔਰ ਇਹ ਕਦੀ ਨਾ ਸੋਚੋ ਕਿ ਮੈਂ ਔਰਤ ਹਾਂ, ਮੈਂ ਫੀਮੇਲ ਹਾਂ, ਮੈਂ ਕੁਝ ਨਹੀਂ ਕਰ ਸਕਦੀ, ਠੀਕ ਹੈ। ਨਾਰੀ ਆਪਣੇ ਆਪ ਦੇ ਵਿੱਚ ਸੰਪੂਰਨ ਹੈ, ਔਰ ਉਹ ਸਭ ਕੁਝ ਕਰ ਸਕਦੀ ਹੈ। ਜੇ ਉਹ ਸ੍ਰਿਸ਼ਟੀ ਰਚ ਸਕਦੀ ਹੈ, ਇੱਕ ਨਵੀਂ ਜ਼ਿੰਦਗੀ ਨੂੰ ਜਨਮ ਦੇ ਸਕਦੀ ਹੈ ਨਾ, ਤੇ ਉਹ ਸ੍ਰਿਸ਼ਟੀ ਨੂੰ, ਇਸ ਕਾਇਨਾਤ ਨੂੰ ਚਲਾ ਵੀ ਸਕਦੀ ਹੈ। ਤੇ ਉਹ ਘਰ ਚਲਾ ਰਹੀ ਹੈ, ਇਸ ਦੁਨੀਆ ਨੂੰ ਚਲਾ ਰਹੀ ਹੈ, ਕੁਦਰਤ ਨੂੰ ਚਲਾ ਰਹੀ ਹੈ, ਇਨਸਾਨ ਨੂੰ ਸੇਧ ਦੇ ਰਹੀ ਹੈ, ਉਸ ਨੂੰ ਮੱਤ ਦੇ ਰਹੀ ਹੈ ਅੱਗੇ ਵਧਣ ਦੀ। ਔਰ ਇਦਾਂ ਦੀਆਂ ਐਗਜ਼ਾਮਪਲਸ ਸਾਡੇ ਪੰਜਾਬ ਦੇ ਵਿੱਚ, ਸਾਡੇ ਹਿੰਦੁਸਤਾਨ ਦੇ ਵਿੱਚ ਇਹ ਦੱਸ ਰਹੀਆਂ ਨੇ ਕਿ ਦੁਨੀਆ ਬਦਲ ਰਹੀ ਹੈ।
ਮੈਂ ਜਸਪ੍ਰੀਤ ਕੌਰ ਕੈਮਰਾਮੈਨ ਵਿਨੋਦ ਦੇ ਨਾਲ ਤੇ ਮੈਨੂੰ ਇਸ ਵੇਲੇ ਦਿਓ ਇਜਾਜ਼ਤ। ਪਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਰਨ ਦੇ ਨਾਲ ਮਿਲ ਕੇ ਇਸ ਦੇ ਬਾਰੇ ਗੱਲਬਾਤ ਸੁਣ ਕੇ ਜਿਹੜਾ ਕਿਹੋ ਜਿਹਾ ਲੱਗਿਆ। ਫਿਲਹਾਲ ਦੇ ਲਈ ਸਾਨੂੰ ਦਿਓ ਇਜਾਜ਼ਤ, ਪਰ ਤੁਸੀਂ ਬਣੇ ਰਹੋ ਸੇਂਟ ਸੋਲਜਰ ਟਾਈਮਜ਼ ਨਾਲ ਫੇਸਬੁੱਕ ਅਤੇ YouTube ਉੱਤੇ।